ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदिआं जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु धरत लुकाई नूं सोध दे नौ खंड पृथ्वी का चार चक्कां दा उधार करदे हां। जदों सतगुरु जी परमेश्वर मलाप तो वापस आए ने, एक स्थान ऐसा आया है जिथे भाई मरदाना जी ने पूछया कि बाबा हुण आपां किथे हां और इथों अपना देश कितनी दूर है। ये वो थां सी जिथे उल्का पहाड़ जिसनों कहंदे ने, जिस मार्ग में हम चल जाही कौन देश आवे इस माही, कितक दिवस में अपने देशा पहुँचेंगे भनिए जगदेशा। बाबा अपना देश आउंदिया कितना टाइम लगेगा। सतगुरु अगों मुस्करा पै कहन लगे वरदानिया की तैनू परिवार चेते आया, तू अपने बच्चों नूं मिलना चाहुंदा है। हे प्रभ मैं तुम संग सुहेला, अब मुझ देवन लगे धकेला, तुम बिन कैसे जाऊं न सदनंग रहो प्रसन्न, बलोकत बदन। कहन लगा नहीं बाबा मैं जाना तो नहीं, मैं तो इंज ही गल कीती सी। सतगुरु कहन लगे नहीं मरदानिया तू जाया तो असीं हुणे तैनूं घल दिंदे आ, छिण मात्र समय च पहुँच जाएगा। कहन लगा बाबा धक्का क्यों दिंदे हो मैनूं धकेला, मैं तुहाडे नाल सुखी हाँ। जिहड़ा सतगुरु की बाणी च एक शब्द आउंदा है कि तौ प्रसाद सुखी सद ही। ये जिहड़े जीवन वाले गुरसिख ने उन्हां दे जीवन की अवस्था है कि परमात्मा तेरी कृपा विच असी सुखी हाँ।
ਹੁਣ ਜਿਹੜੇ ਅਸੀਂ ਭੁਲੇਖੇ ਵਿੱਚ ਫਿਰਦੇ ਹਾਂ ਵੀ ਅਸੀਂ ਉੱਥੇ ਚਲੇ ਜਾਵਾਂਗੇ ਸੁਖੀ ਹੋ ਜਾਵਾਂਗੇ, ਇਹ ਬਣ ਜਾਵਾਂਗੇ ਸੁਖੀ ਹੋ ਜਾਵਾਂਗੇ, ਆ ਸਾਨੂੰ ਮਿਲ ਜਾਏਗਾ ਅਸੀਂ ਸੁਖੀ ਹੋ ਜਾਵਾਂਗੇ, ਇਹ ਸਾਡੀ ਗਲਤੀ ਹੈ। ਸੁਖ ਨਾਹੀਂ ਬਹੁਤੇ ਧਨ ਖੱਟ ਹੈ। ਬਹੁਤਾ ਧਨ ਕਮਾਉਣ ਨਾਲ ਬੰਦਾ ਸੁਖੀ ਨਹੀਂ ਹੁੰਦਾ। ਜੇ ਹੁੰਦਾ ਤੇ ਸੁਖ ਤੇ ਅਮੀਰਾਂ ਦੇ ਘਰਾਂ 'ਚ ਹੀ ਹੋਣਾ ਸੀ। ਤੇ ਕਰੋਨੇ ਦੇ ਲਈ ਤੁਸੀਂ ਵੇਖਿਆ ਹੋਵੇਗਾ। ਦੇਖੋ ਮੈਂ ਦਿੱਲੀ ਦਾ ਤੇ ਵਿਟਨੈਸ ਆ, ਬਾਕੀ ਮੈਨੂੰ ਪਤਾ ਨਹੀਂ। ਜਿੰਨਾ ਕਰੋਨਾ ਆਇਆ ਸਾਰਾ ਅਮੀਰਾਂ ਦੇ ਘਰਾਂ 'ਚ ਹੀ ਆਇਆ। ਸ਼ਾਇਦ ਉਹਨਾਂ ਨੂੰ ਪਤਾ ਸੀ ਵੀ ਇਹ ਮਦਾਂਤਾ ਵਰਗੇ ਕਿਸੇ ਚੰਗੇ ਹਸਪੀਟਲ ਵਿੱਚ ਮੈਨੂੰ ਲੈ ਕੇ ਜਾਣਗੇ। ਕਿਸੇ ਗਰੀਬਾਂ ਦੀ ਝੁੱਗੀ ਝੌਂਪੜੀ 'ਚ ਨਹੀਂ ਗਿਆ। ਉਹਨੂੰ ਪਤਾ ਸੀ ਵੀ ਇਹਨਾਂ ਨੇ ਨਾ ਅੰਦਰ ਉੱਦਾਂ ਹੀ ਮਾਰ ਦੇਣਾ ਪਾ ਕੇ, ਇਹਨਾਂ ਨੇ ਕਾੜਾ ਪਿਆ ਪਿਆ ਕੇ ਮਾਰ ਦੇਣਾ। ਗਿਆ ਹੀ ਨਹੀਂ ਗਰੀਬਾਂ ਦੇ ਘਰਾਂ 'ਚ, ਕਿਸੇ ਰਹਿਣ ਬਸੇਰੇ 'ਚ ਨਹੀਂ ਗਿਆ। ਨਹੀਂ ਤੇ ਚਾਹੀਦਾ ਤੇ ਇਹ ਸੀਗਾ ਵੀ ਦਿੱਲੀ ਦੀਆਂ ਸਾਰੀਆਂ ਝੁੱਗੀਆਂ ਝੌਂਪੜੀਆਂ ਖਾਲੀ ਹੋ ਜਾਂਦੀਆਂ, ਕਿਉਂਕਿ ਅਮੀਰਾਂ ਨੇ ਤੇ ਦਰਵਾਜ਼ੇ ਵੀ ਬੰਦ ਕਰ ਲਏ, ਨੌਕਰ ਵੀ ਘਰੋਂ ਕੱਢ ਦਿੱਤੇ। ਫਿਰ ਵੀ ਕਰੋਨਾ ਆ ਗਿਆ। ਫਿਰ ਵੀ ਰੋਜ਼ ਪਤਾ ਲੱਗਦਾ ਸੀ ਵੀ ਕੋਈ BL ਕਪੂਰ ਬੈਠਾ ਹੈ, ਕੋਈ ਗੰਗਾ ਰਾਮ ਬੈਠਾ ਹੈ, ਕੋਈ ਜਾ ਕੇ ਮੈਦਾਂਤਾ ਬੈਠਾ ਹੈ, ਕੋਈ ਫੋਰਟਸ ਵਿੱਚ ਵੈਂਟੀਲੇਟਰ ਤੇ ਪਿਆ ਹੋਇਆ ਹੈ। ਇਹਦਾ ਅਰਥ ਕੀ ਹੈ? ਇਹਦਾ ਅਰਥ ਇਹ ਨਹੀਂ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਕੋਈ ਅਮੀਰ ਦੀ ਕੋਈ ਗਲਤੀ ਹੈ, ਨਹੀਂ। ਇੱਕ ਸਾਨੂੰ ਗੱਲ ਸਮਝਣ ਦੀ ਲੋੜ ਹੈ ਕਿ ਪੈਸਾ ਸੁੱਖ ਦੀ ਗਰੰਟੀ ਨਹੀਂ ਹੈ। ਆਪਾਂ ਇਹ ਸੋਚ ਲਈਏ ਵੀ ਅਮੀਰਾਂ ਦੇ ਘਰਾਂ 'ਚ ਸੁੱਖ ਨੇ, ਨਹੀਂ, ਇਹ ਜ਼ਰੂਰੀ ਨਹੀਂ ਹੈ। ਅਮੀਰ ਦੇ ਘਰ ਵਿੱਚ ਬਹੁਤ ਕੁਝ ਹੋ ਸਕਦਾ, ਹਾਥੀ ਘੋੜੇ ਵੀ ਹੋ ਸਕਦੇ ਨੇ, ਪਰ ਸੁੱਖ ਹੋਵੇ ਇਹ ਜ਼ਰੂਰੀ ਨਹੀਂ ਹੈ। ਹਾਥੀ ਘੋੜੇ ਹੋਣੇ ਜ਼ਰੂਰੀ ਹੈ, ਫਿਰ ਅਮੀਰੀ ਕਾਹਦਾ? ਜੇ ਉਹਦੇ ਘਰਾਂ 'ਚ ਕਰੋੜਾਂ ਦੀਆਂ ਗੱਡੀਆਂ ਨਾ ਹੋਣ ਤੇ ਕਾਹਦਾ ਅਮੀਰ ਹੋਇਆ ਫਿਰ ਉਹ? ਪਰ ਆਪਾਂ ਕਹੀਏ ਵੀ ਸੁੱਖ ਉਹਦੇ ਘਰ ਵਿੱਚ ਹੈ, ਨਹੀਂ। ਸੁੱਖ ਗਰੀਬ ਦੇ ਘਰ ਵਿੱਚ ਵੀ ਹੋ ਸਕਦਾ ਹੈ, ਕਿਸੇ ਮਿਡਲ ਕਲਾਸ ਦੇ ਘਰ ਵਿੱਚ ਵੀ ਹੋ ਸਕਦਾ ਹੈ। ਸੁੱਖ ਸਿਰਫ ਉਸ ਬੰਦੇ ਦੇ ਘਰ ਵਿੱਚ ਹੈ ਜਿਹੜੇ ਬੰਦੇ ਨੇ ਗੁਰੂ ਦਾ ਲੜ ਫੜਿਆ ਹੋਇਆ ਹੈ, ਜਿਹਨੂੰ ਗੁਰਬਾਣੀ ਦੇ ਨੇ ਜਿਹਦੇ ਸਿਰ ਤੇ ਹੱਥ ਰੱਖਿਆ ਹੋਇਆ ਹੈ, ਉਹ ਮਨੁੱਖ ਸੁਖੀ ਹੈ। ਉਹਨੂੰ ਕੋਈ ਦੁੱਖ ਨਹੀਂ ਹੈ। ਉਹ ਤੇ ਰੋਜ਼ ਪੜ੍ਹਦਾ, ਕਹਿੰਦਾ ਸੁੱਖ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ। ਆ ਜਿਹੜੀਆਂ ਪੰਕਤੀਆਂ ਤੁਸੀਂ ਬੰਗਲਾ ਸਾਹਿਬ 'ਚ ਇੱਕ ਵਾਰੀ ਨਹੀਂ ਕਿੰਨੇ ਵਾਰੀ ਰੋਜ਼ ਪੜ੍ਹਦੇ ਹੋ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪੁੱਛੋ ਕਿਸੇ ਅਮੀਰ ਦੀ ਕੋਠੀ 'ਚੋਂ ਕਦੇ ਆਵਾਜ਼ ਆਈ ਹੈ ਵੀ ਆਨੰਦ ਭਇਆ ਮੇਰੀ ਮਾਏ? ਉਹ ਤਾਂ ਕਹਿੰਦੇ ਹਾਏ ਲੁੱਟੇ ਗਏ, ਮਾਰੇ ਗਏ, ਕਰੋੜਾਂ ਦਾ ਘਾਟਾ ਪੈ ਗਿਆ। ਕਹਿੰਦਾ ਸ਼ੇਰ ਡਿੱਗ ਪਏ ਨੇ ਥੱਲੇ। ਇਸ ਕਰਕੇ ਇਹਦਾ ਅਰਥ ਇਹ ਨਹੀਂ ਹੈ ਕਿ ਆਪਾਂ ਕਿਸੇ ਅਮੀਰ ਗਰੀਬ ਦੇ ਕਿਸੇ ਆਪਸ ਵਿੱਚ ਕੰਪੀਟੀਸ਼ਨ ਵਿੱਚ ਪੈਣਾ ਹੈ। ਆਪਣੇ ਮਨ ਨੂੰ ਇਹ ਗੱਲ ਜ਼ਰੂਰ ਸਮਝਾ ਲਓ ਕਿ ਸੁੱਖ ਨਾਹੀਂ ਬਹੁਤੇ ਧਨ ਖੱਟ ਹੈ। ਪੈਸਾ ਕਮਾਉਣਾ ਗੁਨਾਹ ਨਹੀਂ ਹੈ, ਪਰ ਇਹ ਸੋਚ ਕੇ ਕਮਾਉਣਾ ਕਿ ਮੈਂ ਅਮੀਰ ਹੋ ਕੇ ਸੁਖੀ ਹੋ ਜਾਵਾਂਗਾ, ਇਹ ਗਲਤੀ ਹੈ। ਇਹ ਗਲਤੀ ਹੈ। ਸੁਖੀ ਹੋਣ ਵਾਸਤੇ ਪੈਸੇ ਦੀ ਬਹੁਤੀ ਲੋੜ ਨਹੀਂ ਹੈ। ਸੁੱਖ ਕੀ ਹੈ? ਸੁੱਖ ਤੇ ਇੱਕ ਅਵਸਥਾ ਹੈ। ਸੁੱਖ ਇੱਕ ਅਵਸਥਾ ਹੈ। ਜੇ ਨਹੀਂ ਮੇਰੀ ਗੱਲ ਤੇ ਵਿਸ਼ਵਾਸ ਆਉਂਦਾ ਤੇ ਕਿਸੇ ਸਿੱਖ ਮਿਊਜ਼ੀਅਮ ਦੇ ਵਿੱਚ ਚਲੇ ਜਾਓ, ਕਿਸੇ ਸਿੱਖ ਅਜਾਇਬ ਘਰ ਵਿੱਚ ਚਲੇ ਜਾਓ। ਉੱਥੇ ਖੋਪਰੀਆਂ ਲਵਾਉਂਦੇ, ਚਰਖੜੀਆਂ ਤੇ ਚੜ੍ਹਦੇ, ਬੰਦ ਕਟਾਉਂਦੇ ਤੁਹਾਨੂੰ ਸਿੱਖ ਮਿਲਣਗੇ, ਪਰ ਰੋਂਦੇ ਕਰਲਾਉਂਦੇ ਨਹੀਂ ਮਿਲਣਗੇ। ਕੋਈ ਸਿੱਖ ਵੀ ਤੁਹਾਨੂੰ ਰੋਂਦਾ ਨਹੀਂ ਮਿਲੇਗਾ। ਕਦੇ ਕਿਸੇ ਰੋਂਦੇ ਸਿੱਖ ਦੀ ਫੋਟੋ ਕਿਸੇ ਸਿੱਖ ਮਿਊਜ਼ੀਅਮ ਦੇ ਵਿੱਚ ਵੇਖੀ ਤੁਸੀਂ? ਤੁਸੀਂ ਕਹੋਗੇ ਜੀ ਨਹੀਂ ਵੇਖੀ। ਤੇ ਇੱਥੇ ਗੋਲਕ ਦੇ ਕੋਲ ਖਲੋਤੇ ਰੋਜ਼ ਹੀ ਸਿੱਖ ਮਿਲਦੇ ਨੇ ਆਪਾਂ ਨੂੰ, ਵੱਡੀਆਂ ਵੱਡੀਆਂ ਗੱਡੀਆਂ ਤੇ ਆ ਕੇ ਇੱਥੇ ਰੋਈ ਜਾਂਦੇ ਨੇ। ਸੁੱਖ ਪੈਸੇ ਵਿੱਚ ਨਹੀਂ ਹੈ। ਪੈਸਾ ਸੁੱਖ ਦਾ ਪ੍ਰਤੀਕ ਜ਼ਰੂਰ ਹੈ। ਲੱਗਦਾ ਹੈ ਅਮੀਰ ਆਦਮੀ ਹੈ, ਬਹੁਤ ਸੁਖੀ ਹੋਏਗਾ। ਅੱਗੇ ਸੁੱਖ ਨਾਹੀਂ ਬਹੁ ਦੇਸ਼ ਕਮਾਏ। ਜਿਹੜਾ ਬੜੇ ਦੇਸ਼ਾਂ ਵਿੱਚ ਫਿਰਦਾ ਹੋਵੇ, ਰੋਜ਼ ਹੀ ਫਲਾਈਟਾਂ ਵਿੱਚ ਚੜ੍ਹਦਾ ਹੋਵੇ, ਜਿਹਦੇ ਹੱਥ 'ਚ 5-7 ਪਾਸਪੋਰਟ ਹੀ ਹੋਣ, ਇੰਨੀਆਂ ਸਟੈਂਪਾਂ ਲੱਗੀਆਂ ਹੋਣ, ਇੰਨੇ ਵੀਜ਼ੇ ਲੱਗੇ ਹੋਣ ਉਹਦੇ ਫੋਨ ਵਿੱਚ, ਉਹਦੇ ਪਾਸਪੋਰਟਾਂ ਦੇ ਵਿੱਚ,
ਇਹ ਵੀ ਕੋਈ ਗਰੰਟੀ ਨਹੀਂ ਵੀ ਉਹ ਸੁਖੀ ਹੋਏਗਾ। ਸੁਖ ਨਾਹੀਂ ਬਹੁ ਦੇਸ਼ ਕਮਾਏ, ਜਿਹਦੇ ਕਈ ਦੇਸ਼ਾਂ 'ਚ ਬਿਜ਼ਨਸ ਹੋਣ, ਇਹ ਜ਼ਰੂਰੀ ਨਹੀਂ ਕਿ ਉਹ ਵੀ ਸੁਖੀ ਹੋਵੇ। ਫਿਰ ਕੀ ਕਹਿਣਾ ਚਾਹੀਦਾ? ਸਰਬ ਸੁਖਾ ਹਰ ਹਰ ਗੁਣ ਗਾਏ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ, ਸੋਏ ਅਚਿੰਤਾ ਜਾਗ ਅਚਿੰਤਾ। ਹੁਣ ਦੱਸੋ ਕਿਹੜਾ ਅਮੀਰ ਹੈ ਜਿਹੜਾ ਸੁੱਤਾ ਵੀ ਅਚਿੰਤ ਹੈ, ਜਾਗਦਾ ਵੀ ਅਚਿੰਤ ਹੈ। 15 ਤੇ ਉਹਨਾਂ ਨੇ ਸਿਕਿਉਰਟੀ ਦੀਆਂ ਉਹ ਲੇਅਰ ਬਣਾਈਆਂ ਹੋਈਆਂ ਨੇ, ਕਿਤੇ ਕੋਈ ਲੋਕ ਲੱਗਾ, ਕਿਤੇ ਕੋਈ ਲੋਕ ਲੱਗਾ, ਕਿਤੇ ਫਿਰ ਸਿਕਿਉਰਟੀ ਗਾਰਡ ਖੜੇ ਨੇ, ਉਹਦੇ ਅੱਗੇ ਫਿਰ ਇੱਕ ਮਸ਼ੀਨ ਲਾਈ ਹੋਈ ਹੈ, ਉਹ ਜਿਹੜੀ ਮੈਟਲ ਡਿਟੈਕਟਰ ਹੈ ਉਹ ਵੀ ਲਾਇਆ ਹੋਇਆ ਵੀ ਕੋਈ ਅੰਦਰ ਬੰਬ ਲੈ ਕੇ ਨਾ ਆ ਜਾਏ। ਗਰੀਬ ਦੀ ਝੁੱਗੀ 'ਚ ਕਿਹਨੇ ਕੀ ਜਾਣਾ? ਕਿਸੇ ਨੇ ਭਾਈ, ਗਰੀਬ ਦੇ ਘਰ ਕਿਸੇ ਨੇ ਕੀ ਲੈਣ ਜਾਣਾ? ਇਸ ਕਰਕੇ ਸੋਏ ਅਚਿੰਤਾ, ਕੌਣ ਅਚਿੰਤ ਸੌਂਦਾ ਭਾਈ? ਜਾਗ ਅਚਿੰਤਾ। ਕਦੇ ਗਰੀਬ ਨੂੰ ਸੁਣਿਆ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦਿਆ? ਮੈਂ ਨਹੀਂ ਜੀ ਸੁਣਿਆ। ਕੋਈ ਗਰੀਬ ਤੁਹਾਨੂੰ ਮਿਲੇ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦਾ ਤੇ ਮੈਨੂੰ ਜ਼ਰੂਰ ਦੱਸਿਓ ਜੀ। ਪਰ ਅਮੀਰ ਜਾਂ ਸ਼ਰਾਬ ਪੀ ਕੇ ਸੌਂਦਾ ਜਾਂ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦਾ, ਉਹ ਕਹਿੰਦਾ ਨੀਂਦ ਹੀ ਨਹੀਂ ਆਉਂਦੀ। ਨੀਂਦ ਕਿਉਂ ਨਹੀਂ ਆਉਂਦੀ? ਨੀਂਦ ਇਸ ਕਰਕੇ ਨਹੀਂ ਆਉਂਦੀ ਵੀ ਉਹਦੀ ਕੈਲਕੂਲੇਸ਼ਨ ਹੀ ਨਹੀਂ ਪੂਰੀ ਹੁੰਦੀ, ਨੋਟ ਗਿਣੇ ਹੀ ਨਹੀਂ ਜਾ ਰਹੇ। ਘਰ ਮਸ਼ੀਨ ਰੱਖੀ ਹੈ ਬਾਥਰੂਮ 'ਚ ਤਾਂ ਨਹੀਂ ਪੈਸੇ ਗਿਣੇ ਜਾ ਰਹੇ। ਮੈਂ ਵੱਡੇ ਵੱਡੇ ਘਰਾਂ 'ਚ ਇੱਥੋਂ ਤੱਕ ਵੇਖਿਆ ਮਸ਼ੀਨ ਬਾਥਰੂਮ 'ਚ ਰੱਖੀ, ਮੈਂ ਕੀ ਕਹਿੰਦੇ ਇਹ ਵੀ ਗਿਆਨੀ ਜੀ ਭੇਦ ਹੈ ਵੀ ਡਰਾਇੰਗ ਰੂਮ 'ਚ ਬਹਿ ਕੇ ਨੋਟ ਵੀ ਨਹੀਂ ਗਿਣ ਸਕਦੇ ਅਸੀਂ, ਇੰਨੇ ਨੋਟ ਹੀ ਇੰਨੇ ਨੇ। ਪਰ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਫਿਰ ਕੀ ਹੈ? ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰੇ ਵੀ ਸੁਖੀ ਬਾਹਰ ਵੀ ਸੁਖੀ। ਉਹ ਕੌਣ ਹੈ? ਮਰਦਾਨਾ ਕਹਿੰਦਾ ਬਾਬਾ ਮੈਂ ਤੇਰੇ ਨਾਲ ਹੀ ਸੁਖੀ ਹਾਂ, ਮੈਂ ਨਹੀਂ ਘਰ ਜਾਣਾ। ਸੱਚੇ ਬਾਦਸ਼ਾਹ ਮਹਾਰਾਜ ਕਹਿਣ ਲੱਗੇ ਨਹੀਂ ਮਰਦਾਨਿਆ, ਜਿਤ ਕੋ ਰਾਵਰ ਚਲੋ ਅਗਾਰੀ, ਤਿਸ ਹੀ ਦਿਸ਼ ਮੈਂ ਜਾਉ ਪਛਾਰੀ, ਅਬ ਨ ਛੋਡੋ ਸੰਗ ਤੁਮਾਰਾ, ਤੁਮ ਕਰਨਾ ਤੇ ਸਰਬ ਨਿਹਾਰਾ। ਸਤਿਗੁਰੂ ਕਹਿੰਦੇ ਨਹੀਂ ਮਰਦਾਨਿਆ ਚਲਾ ਜਾ। ਮਰਦਾਨਾ ਕਹਿਣ ਲੱਗਾ ਬਾਬਾ ਮੇਰਾ ਫੈਸਲਾ ਇਹ ਹੈ ਕਿ ਮੈਂ ਤੁਹਾਨੂੰ ਛੱਡਣਾ ਨਹੀਂ ਹੈ, ਜਿੱਧਰ ਜਾਓਗੇ ਤੁਹਾਡੇ ਨਾਲ ਜਾਵਾਂਗਾ, ਪਿੰਡ ਵੀ ਜਾਵਾਂਗਾ ਤੇ ਤੁਹਾਡੇ ਨਾਲ ਹੀ ਜਾਵਾਂਗਾ, ਮੈਂ ਇਕੱਲੇ ਨਹੀਂ ਜਾਣਾ। ਹਾਂਜੀ ਸੁਣੇ ਖੰਡ। ਸੁਣਿਓ ਸ੍ਰੀ ਗੁਰ ਬੈਨ ਅਲਾਇਓ, ਕਹਿਓ ਨਾ ਤੋਰੋ ਜਾਤ ਹਟਾਇਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਠੀਕ ਹੈ ਮਰਦਾਨਿਆ ਭਾਈ, ਜੇ ਤੂੰ ਇੱਦਾਂ ਹੀ ਚਾਹੁੰਦਾ ਹੈ ਤੇ ਠੀਕ ਹੈ, ਅਸੀਂ ਤੇਰਾ ਕਹਿਣਾ ਨਹੀਂ ਮੋੜਦੇ। ਤੂੰ ਜਿਵੇਂ ਖੁਸ਼ ਰਵੇਂ ਅਸੀਂ ਤੈਨੂੰ ਉਵੇਂ ਹੀ ਖੁਸ਼ ਰੱਖਾਂਗੇ। ਹਾਂਜੀ ਚੱਲ ਨਵਖੰਡ ਜੇ ਤੁਝੇ ਦਿਖਾਵੇ, ਕਰੋ ਸੈਰ ਜੇਤੀ ਮਨ ਪਾਵੇ। ਸੁਣੇ ਖੰਡ ਨੌ ਜੰਬੂ ਦੀਪਾ, ਸੋ ਦਿਖਾਓ ਬੇਦੀ ਕੁਲ ਟੀਕਾ, ਤਿਨੇ ਬਲੋਕਣ ਕੀ ਅਬਲਾਖਾ, ਤੁਮ ਸਮਰੱਥ ਪੂਰੋ ਸਭ ਕੰਖਾ। ਕਹਿਣ ਲੱਗਾ ਬਾਬਾ 9 ਖੰਡ ਵਿਖਾਓਗੇ? ਸੁਣਿਆ ਵੀ 9 ਖੰਡ ਵੀ ਨੇ, ਕੋਈ ਧਰਤੀ ਦੇ 9 ਟੁਕੜੇ ਨੇ, ਧਰਤੀ ਦੇ ਅਲੱਗ-ਅਲੱਗ ਥਾਵਾਂ ਤੇ ਧਰਤੀ ਬਣੀ ਹੋਈ ਹੈ, 9 ਥਾਵਾਂ ਤੇ, ਜਿਨ੍ਹਾਂ ਨੂੰ ਆਪਾਂ ਦੀਪ ਕਹਿ ਦਿੰਦੇ ਆ, ਟਾਪੂ ਕਹਿ ਦਿੰਦੇ ਆ। ਇਹ ਉਹ ਥਾਂ, ਇਹੋ ਜਿਹੇ 9 ਖੰਡ ਜਿਹੜੇ ਨੇ ਸਤਿਗੁਰੂ ਪਿਤਾ ਕਹਿਣ ਲੱਗੇ ਠੀਕ ਹੈ। ਸੁਣ ਜੋ ਸ੍ਰੀ ਗੁਰ ਬੈਣ ਅਲਾਇਓ, ਕਹਿਓ ਨਾ ਤੋਰੋ ਜਾਤ ਹਟਾਇਓ, ਚੱਲ ਨਵਖੰਡ ਜੇ ਤੁਝੇ ਦਿਖਾਵੇਂ, ਕਰੋ ਸੈਲ ਜੇਤੀ ਮਨ ਭਾਵੇਂ। ਕਹਿਣ ਲੱਗੇ ਮਰਦਾਨਿਆ ਚੱਲ ਫਿਰ ਆਪਾਂ 9 ਖੰਡ ਵੇਖ ਕੇ ਆਉਂਦੇ ਆ, ਜਿੰਨਾ ਤੇਰਾ ਮਨ ਕਰੇ ਉਨੀ ਤੈਨੂੰ ਹੁਣ ਸੈਰ ਕਰਾਵਾਂਗੇ ਅਸੀਂ। ਹਾਂਜੀ ਅਸ ਕਹਿ ਗਮਨ ਕਿਓ ਜਗਨਾਥਾ, ਮੁਝ ਮਰਦਾਨੇ ਕੋਲੇ ਸਾਥਾ। ਇਉਂ ਸਤਿਗੁਰੂ ਜੀ ਚੱਲ ਪਏ, ਮੈਂ ਨਾਲ ਸੀ ਭਾਈ ਬਾਲਾ, ਭਾਈ ਮਰਦਾਨਾ। ਹਾਂਜੀ ਖੰਡ ਇਲਾ ਬ੍ਰਤ ਜਿਹੇ ਕੋ ਨਾਮੋ, ਤਿਹ ਮੈਂ ਤੂਰਨਗੇ ਸੁਖ ਧਾਮੋ। ਹੁਣ ਪਹਿਲਾ ਖੰਡ ਕਿਹੜਾ ਹੈ? ਇਲਾ ਬ੍ਰਤ। ਜਿਹੜੇ 9 ਖੰਡ ਨੇ ਨਾ,
ਇਹ 9 ਖੰਡਾਂ ਦੇ ਹੁਣ ਨਾਮ ਹੀ ਸੁਣ ਲੈਣਾ। ਪਹਿਲਾ ਇਲਾ ਖੰਡ ਹੈ। ਇੱਥੇ ਜਦੋਂ ਸਤਿਗੁਰੂ ਪਿਤਾ ਮਹਾਰਾਜ ਪਹੁੰਚੇ ਨੇ, ਖੰਡ ਇਲਾ ਬਰਤ ਜੇ ਕੋ ਨਾਮੋ ਤੇ ਮੈਂ ਪੂਰਨ ਗੇ ਸੁਖ ਧਾਮ। ਸਭ ਤੋਂ ਪਹਿਲਾਂ ਸਤਿਗੁਰੂ ਉੱਥੇ ਪਹੁੰਚੇ ਨੇ। ਹਾਂਜੀ। ਕੋਟਕ ਸ਼ੇਰ ਹੋ ਤੋ ਇੱਕ ਥਾਈ, ਜਾਏ ਤਹਾਂ ਬੈਠੇ ਗੋਸਾਈ। ਇੱਥੇ ਕੀ ਹੈ? ਇੱਥੇ ਕੇਵਲ ਸ਼ੇਰ ਹੀ ਸ਼ੇਰ ਨੇ। ਜਾਨਵਰ ਇੱਕ ਜਾਤੀ ਹੈ ਸ਼ੇਰਾਂ ਦੀ, ਪਰ ਸ਼ੇਰ ਕਿੰਨੇ ਨੇ? ਕਹਿੰਦੇ ਇੱਥੇ ਸ਼ੇਰ ਲੱਖਾਂ ਹਜ਼ਾਰਾਂ ਦੇ ਵਿੱਚ ਨੇ। ਬਹੁਤ ਵੱਡੀ ਅਣਗਿਣਤ ਉਹਨਾਂ ਦੀ ਗਿਣਤੀ ਹੈ, ਤੇ ਉਹ ਇਕੱਠੇ ਹੋ ਕੇ ਇੱਕੋ ਥਾਂ ਦੇ ਉੱਤੇ ਵਸੇ ਹੋਏ ਨੇ, ਤੇ ਇਸ ਖੰਡ ਦਾ ਨਾਂ ਹੈ ਇਲਾ ਬਰਤ। ਹਾਂਜੀ। ਮਰਦਾਨੇ ਤੇ ਸ਼ਬਦ ਪੜਾਇਓ, ਉੱਚੇ ਸੁਰ ਸੋਂ ਰਾਗ ਗਵਾਇਓ। ਇੱਥੇ ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਸ਼ਬਦ ਗਾ, ਬਾਣੀ ਪੜ੍ਹ। ਜਦੋਂ ਭਾਈ ਮਰਦਾਨਾ ਜੀ ਨੇ ਸ਼ਬਦ ਦਾ ਗਾਇਨ ਕੀਤਾ ਹੈ, ਰਬਾਬ ਵਜਾਈ ਹੈ, ਗੁਰਬਾਣੀ ਗਾਈ ਹੈ। ਹਾਂਜੀ। ਸੁਣਿਓ ਸ਼ਬਦ ਸੋ ਸਿੰਘਨ ਜਬਹੀ, ਔਰ ਨਿਰਮਲ ਤਿਨ ਕੇ ਭੇਤਬਹੀ। ਇਹ ਬਾਣੀ ਸੁਣਨ ਦਾ ਪ੍ਰਭਾਵ ਜਿਹੜਾ ਸੀ, ਅਸੀਂ ਇੱਕ ਗੱਲ ਮੰਨਦੇ ਹਾਂ ਕਿ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ। ਪਸ਼ੂਆਂ ਨੂੰ, ਭੂਤਾਂ ਪ੍ਰੇਤਾਂ ਨੂੰ, ਮੂਰਖਾਂ ਨੂੰ ਇਹ ਬਾਣੀ ਤਾਰਦੀ ਹੈ, ਪੱਥਰਾਂ ਨੂੰ ਵੀ ਤਾਰ ਦਿੰਦੀ ਹੈ। ਹੁਣ ਰੱਬ ਚਾਵੇ ਤੇ ਕੀ ਨਹੀਂ ਹੋ ਸਕਦਾ, ਉਹਨੂੰ ਰੱਬ ਕਹਿੰਦੇ ਨੇ। ਜੋ ਸਭ ਕੁਝ ਕਰ ਸਕਦਾ ਉਹ ਰੱਬ ਹੈ, ਤਾਂ ਅਸੀਂ ਉਹ ਹਾਂ ਜੋ ਅਸੀਂ ਰੋਜ਼ ਸੋਚਦੇ ਹਾਂ ਪਰ ਕਰ ਕੁਝ ਵੀ ਨਹੀਂ ਸਕਦੇ। ਕੁਝ ਨਾ ਕਰ ਸਕਣਾ ਇਹ ਮਨੁੱਖ ਹੋਣਾ ਹੈ, ਸਭ ਕੁਝ ਕਰ ਸਕਣਾ ਇਹ ਰੱਬ ਹੋਣਾ ਹੈ। ਅਸੀਂ ਇੱਕ ਦੂਜੇ ਨੂੰ ਵੀ ਕਹਿੰਦੇ ਹਾਂ, ਜਦੋਂ ਕੋਈ ਆਦਮੀ ਸਾਨੂੰ ਕਹਿੰਦਾ ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਸਾਡੇ ਮੂੰਹ ਤੋਂ ਇੱਕੋ ਹੀ ਸ਼ਬਦ ਨਿਕਲਦਾ ਹੈ, ਤੂੰ ਰੱਬ ਹੈ। ਹਾਲਾਂਕਿ ਨਾ ਅਸੀਂ ਰੱਬ ਕਦੇ ਵੇਖਿਆ ਹੈ, ਨਾ ਕਦੇ ਰੱਬ ਵੇਖਣ ਦੀ ਸਾਡੀ ਕੋਈ ਇੱਛਾ ਹੈ, ਨਾ ਹੀ ਸਾਡੀ ਕੋਈ ਇੱਦਾਂ ਦੀ ਕੋਈ ਉਕਤੀ ਜੁਗਤੀ ਹੈ, ਕਿਉਂਕਿ ਅਸੀਂ ਤਾਂ 2 ਵਕਤ ਨੂੰ ਧੱਕਾ ਦੇ ਰਹੇ ਹਾਂ। ਅਸੀਂ ਵਕਤ ਨੂੰ ਧੱਕਾ ਦਿੰਦੇ, ਅਸੀਂ 2 ਵਕਤ ਦੀ ਰੋਟੀ ਖਾ ਰਹੇ ਹਾਂ। ਪਰ ਬੜੀ ਵੱਡੀ ਗੱਲ ਕਹਿੰਦੇ, ਜਦੋਂ ਵੀ ਕੋਈ ਬੰਦਾ ਵੱਡੀਆਂ ਗੱਲਾਂ ਸਾਡੇ ਸਾਹਮਣੇ ਕਰੇ, ਸੀ ਕਹਿੰਦੇ ਤੂੰ ਰੱਬ ਹੈ। ਕਿਤੇ ਨਾ ਕਿਤੇ ਅਸੀਂ ਮੰਨਦੇ ਹਾਂ ਕਿ ਕਰਨ ਕਰਾਉਣ ਵਾਲਾ ਵਾਕਿਆ ਹੀ ਰੱਬ ਹੈ, ਇਹ ਸ਼ਕਤੀ ਉਹਦੇ ਕੋਲ ਹੈ। ਹਾਂਜੀ। ਮਿਲ ਸਭ ਆਏ ਸੀਸ ਝੁਕਾਇਓ, ਬੈਸੇ ਜਬ ਗੁਰ ਬਚਨ ਅਲਾਇਓ। ਜਿਵੇਂ ਆਪਾਂ ਸਾਈਂ ਬੁੱਢਣ ਸ਼ਾਹ ਦੀ ਕਥਾ ਸੁਣਦੇ ਹਾਂ, ਕੀਰਤਪੁਰ ਸਾਹਿਬ ਦੀ, ਕਿ ਉਹਦੇ ਕੋਲ ਬੱਕਰੀਆਂ ਹੁੰਦੀਆਂ ਸੀ, ਸ਼ੇਰ ਉਹਦੀਆਂ ਬੱਕਰੀਆਂ ਚਰਾ ਕੇ ਲਿਆਉਂਦਾ ਸੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਸਨਮੁਖ ਕਹਿੰਦੇ ਸ਼ੇਰਾਂ ਨੇ ਆ ਕੇ ਸਿਰ ਨਵਾਇਆ, ਮੱਥਾ ਟੇਕਿਆ। ਹਾਂਜੀ। ਕੋ ਤੁਮ ਹੋ ਕਿਉ ਕਰ ਚਲ ਆਏ, ਦੇਹੋ ਆਪਣੋ ਨਾਮ ਬਤਾਏ। ਸਤਿਗੁਰੂ ਕਹਿਣ ਲੱਗੇ ਤੁਸੀਂ ਕੌਣ ਹੋ ਬਈ, ਤੁਹਾਡਾ ਨਾਂ ਕੀ ਹੈ? ਹਾਂਜੀ। ਬੋਲਨ ਸਕਤ ਦਰਸ ਤੇ ਹੋਈ, ਬੋਲੇ ਹੱਥ ਬੰਦ ਕਰ ਦੋਈ। ਸਤਿਗੁਰੂ ਕਹਿਣ ਲੱਗੇ ਕਿਉਂ ਆਏ ਹੋ ਸਾਡੇ ਕੋਲ ਬਈ? ਅਸੀਂ ਤਾਂ ਆਪਣੀ ਰੱਬ ਦੀ ਇਬਾਦਤ ਕਰ ਰਹੇ ਹਾਂ, ਤੇ ਤੁਸੀਂ ਸ਼ੇਰ ਹੋ ਤੇ ਜਾਓ ਜੰਗਲ ਵਿੱਚ ਮौज ਕਰੋ। ਹੁਣ ਉਹਨਾਂ ਸ਼ੇਰਾਂ ਦੇ ਵਿੱਚ ਬੋਲਣ ਦੀ ਸ਼ਕਤੀ ਆਈ ਗੁਰੂ ਦੇ ਦਰਸ਼ਨ ਕਰਕੇ। ਬੋਲੇ ਹੱਥ ਬੰਦ ਕਰ ਦੋਈ। ਕੀ ਇਹ ਜਾਨਵਰ ਇਹ ਸਾਰੀਆਂ ਗੱਲਾਂ ਕਰਦੇ ਨੇ? ਕਰਦੇ ਨੇ ਭਾਈ। ਅੱਜ ਕੱਲ੍ਹ ਤੇ ਤੁਹਾਡੇ ਫੋਨ ਵਿੱਚ ਵੀਡੀਓ ਨੇ, ਆ ਜਿਹੜੀਆਂ ਪੈਰਾਮਿਲਟਰੀ ਫੋਰਸ ਨੇ ਜਾਂ ਜਿਹੜੀਆਂ ਡਿਫੈਂਸ ਦੀਆਂ ਜਿਹੜੇ ਡਿਪਾਰਟਮੈਂਟ ਨੇ, ਉਹਨਾਂ ਦੇ ਵਿੱਚ ਜਿਹੜੇ ਕੁੱਤੇ ਨੇ, ਕਮਾਲ ਦੀਆਂ ਉਹਨਾਂ ਦੀਆਂ ਉਹ ਵਿਖਾਉਂਦੇ ਨੇ ਮੂਵੀਆਂ, ਵੀ ਕਿੰਨਾ ਕੁਝ ਉਹਨਾਂ ਨੂੰ ਸਿਖਾ ਦਿੱਤਾ ਗਿਆ ਹੈ। ਔਰ ਉਹ ਜਾਨਵਰ ਐਵੇਂ ਕੰਮ ਕਰਦੇ ਨੇ ਜਿਵੇਂ ਮਨੁੱਖ ਕਰਦੇ ਹੋਣ। ਸਰਕਸਾਂ ਦੇ ਵਿੱਚ ਇਹ ਸਾਰੇ ਜਾਨਵਰ ਜਿਹੜੇ ਨੇ ਬੰਦੇ ਦੇ ਅੱਗੇ ਸਾਰੇ ਨਾਚ ਕਰਦੇ ਨੇ। ਮੇਲਿਆਂ ਦੇ ਵਿੱਚ ਘੋੜੀਆਂ ਨੱਚਦੀਆਂ ਨੇ, ਗਾਣੇ ਲਾ ਦਿੰਦੇ ਨੇ ਡੀਜੇ, ਤੇ ਘੋੜੀ ਉਵੇਂ ਹੀ ਭੰਗੜਾ ਪਾਉਂਦੀ ਹੈ ਜਿਵੇਂ ਬੰਦੇ ਪਾਉਂਦੇ ਨੇ।
ਜਾਨਵਰਾਂ ਨੂੰ ਵੀ ਸਿਖਾਇਆ ਜਾ ਸਕਦਾ ਹੈ। ਪਰ ਇੱਥੇ ਜਦੋਂ ਗੁਰੂ ਦੀ ਕਰਾਮਾਤ ਵਰਤੀ ਹੈ ਤੇ ਇਹਨਾਂ ਸ਼ੇਰਾਂ ਨੇ ਸਤਿਗੁਰੂ ਦੇ ਸਨਮੁਖ ਆ ਕੇ ਬੋਲਣਾ ਕੀਤਾ ਹੈ। ਹਾਂਜੀ। ਅਹੈ ਤਾਮਸੇ ਜੂਨ ਹਮਾਰੇ, ਪਾਏ ਕਰੇ ਜੋ ਪਾਪ ਪਿਛਾਰੀ। ਕਹਿਣ ਲੱਗੇ ਜੀ ਤਾਮਸੀ ਜੂਨੀ ਭੋਗਦੇ ਆ ਤੇ ਪਾਈ ਕਿਉਂ ਹੈ? ਕਹਿੰਦੇ ਜ਼ਰੂਰ ਕੋਈ ਪਾਪ ਕੀਤਾ ਹੋਏਗਾ ਕਿ ਬਿਨਾਂ ਮਾਸ ਤੋਂ ਅਸੀਂ ਕੁਝ ਖਾ ਹੀ ਨਹੀਂ ਸਕਦੇ। ਤਾਮਸੀ ਭੋਜਨ, ਮਾਸਾਹਾਰੀ ਨੂੰ ਤਾਮਸੀ ਕਹਿੰਦੇ ਆਪਾਂ। ਮਾਸਾਹਾਰੀ ਸਾਡੀ ਜੂਨੀ ਹੈ ਤੇ ਜ਼ਰੂਰ ਕੋਈ ਸਾਡੇ ਕੋਲੋਂ ਪਾਪ ਹੋਇਆ ਜਿਹੜੀ ਇਹ ਜੂਨੀ ਸਾਨੂੰ ਪ੍ਰਾਪਤ ਹੋਈ ਹੈ। ਹਾਂਜੀ। ਤੁਮਰੀ ਸ਼ਰਨ ਪਰੇ ਤੇ ਅਬਹੀ, ਸੋ ਕਲ ਮਲ ਨਾਸੇਂਗੇ ਸਭਹੀ। ਇਹ ਤੁਹਾਡੀ ਸ਼ਰਨ ਅਸੀਂ ਆਏ ਆ ਤੇ ਤੁਹਾਡੀ ਸ਼ਰਨ ਆਇਆਂ ਦਾ ਸਾਨੂੰ ਪੁੰਨ ਫਲ ਮਿਲੇਗਾ ਕਿ ਹੁਣ ਸਾਡੇ ਪਾਪ ਬਿਨਸ ਜਾਣਗੇ, ਖਤਮ ਹੋ ਜਾਣਗੇ। ਹਾਂਜੀ। ਹਿਤ ਭੋਜਨ ਗੁਰ ਗਿਰਾ ਉਚਾਰੇ, ਕਿਉਂ ਕਰ ਹੋਵਤ ਗੁਜਰ ਤੁਮਾਰੀ। ਸਤਿਗੁਰੂ ਕਹਿੰਦੇ ਵੀ ਤੁਸੀਂ ਇਕੱਲੇ ਸ਼ੇਰ ਹੀ ਨਜ਼ਰ ਆਉਂਦੇ ਹੋ, ਹੋਰ ਤੇ ਕੋਈ ਪਸ਼ੂ ਪੰਛੀ ਮਨੁੱਖ ਕੋਈ ਹੋਰ ਜਾਨਵਰ ਤੇ ਨਜ਼ਰ ਹੀ ਨਹੀਂ ਆਉਂਦਾ, ਤੇ ਤੁਹਾਡਾ ਗੁਜਰਾਨ ਕਿਵੇਂ ਹੁੰਦਾ ਹੈ ਭਾਈ? ਜਿਉਂਦੇ ਕਿਵੇਂ ਹੋ ਤੁਸੀਂ? ਹਾਂਜੀ। ਸੁਣੋ ਸੰਤ ਬਿਰਤੰਤ ਹਮਾਰਾ, ਬਹੁ ਦਿਨ ਬੀਤੇ ਬਿਨਾ ਆਹਾਰਾ। ਕਹਿਣ ਲੱਗੇ ਸੰਤ ਜੀ ਸੁਣੋ, ਅੱਜ ਕਈ ਮਹੀਨੇ ਹੋ ਗਏ ਸਾਨੂੰ ਖਾਣ ਵਾਸਤੇ ਭੋਜਨ ਨਹੀਂ ਮਿਲ ਰਿਹਾ। ਹਾਂਜੀ। ਸੋ ਜੋ ਜਨ ਇਸ ਬਨ ਕੇ ਮਾਹੀ, ਖਾਏ ਪਸ਼ੂ ਰਹਿਓ ਅਬ ਨਾਹੀ। ਇਸ ਦੇਸ਼ ਦੇ ਵਿੱਚ 100 ਯੋਜਨਾ ਤੱਕ ਇਹ ਦੂਰੀ ਨੂੰ ਮਾਪਣ ਦਾ, ਡਿਸਟੈਂਸ ਨੂੰ ਮਾਪਣ ਦਾ ਉਸ ਵੇਲੇ ਦਾ ਇਹ ਪੈਰਾਮੀਟਰ ਸੀ। ਜਿਵੇਂ ਅੱਜ ਅਸੀਂ ਕਿਲੋਮੀਟਰਾਂ 'ਚ ਮਾਪਦੇ ਹਾਂ, ਕਈ ਜਗ੍ਹਾ ਤੇ ਮੀਲਾਂ ਵਿੱਚ ਮਾਪਿਆ ਜਾਂਦਾ ਹੈ। ਉਸ ਵੇਲੇ ਨਾ ਕਿਲੋਮੀਟਰ ਹੁੰਦੇ ਸੀ ਨਾ ਮੀਲ ਹੁੰਦੇ ਸੀ ਭਾਈ। ਉਦੋਂ ਜਿਹੜੀ ਦੂਰੀ ਮਾਪੀ ਜਾਂਦੀ ਸੀ ਉਹ ਯੋਜਨਾ ਵਿੱਚ ਮਾਪੀ ਜਾਂਦੀ ਸੀ। ਤੇ ਉਹ ਕਹਿੰਦੇ ਨੇ ਜੀ ਇੱਥੇ ਤਾਂ 100 ਯੋਜਨ ਤੱਕ ਇਸ ਪੂਰੇ ਦੇਸ਼ ਦੇ ਵਿੱਚ ਕੋਈ ਜਾਨਵਰ ਬਾਕੀ ਹੀ ਨਹੀਂ ਬਚਿਆ, ਅਸੀਂ ਸਭ ਮਾਰ ਕੇ ਖਾ ਲੈਨੇ। ਹਾਂਜੀ। ਅਬ ਹਮ ਬੀਚ ਜੌਨ ਉਂਗਲਾਵੇ, ਤਹਿ ਕੋ ਤਤ ਛਿਨ ਸਭ ਮਿਲ ਖਾਵੇ। ਹੁਣ ਤਾਂ ਹਾਲਾਤ ਇਹ ਬਣੇ ਹੋਏ ਨੇ ਵੀ ਜਿਹੜਾ ਸ਼ੇਰ ਸਾਡੇ ਵਿੱਚੋਂ ਅੰਗਲਾਉਂਦਾ ਹੈ, ਥੋੜਾ ਬਹੁਤਾ ਭੁੱਖ ਕਰਕੇ ਜਾਂ ਨੀਂਦ ਕਰਕੇ ਢਿੱਲਾ ਮੱਠਾ ਲੱਗਦਾ ਹੈ, ਦੂਜੇ ਉਹਨੂੰ ਪਾੜ ਕੇ ਚੀਰ ਕੇ ਖਾ ਲੈਂਦੇ ਨੇ। ਹੁਣ ਤਾਂ ਸ਼ੇਰਾਂ ਨੂੰ ਹੀ ਖਾ ਰਹੇ ਨੇ, ਹੋਰ ਕੋਈ ਖਾਣ ਵਾਸਤੇ ਬਚਿਆ ਹੀ ਨਹੀਂ ਹੈ। ਹਾਂਜੀ। ਜਾਗਤ ਰਹੇ ਸਦਾ ਹਮ ਠਾਂਡੇ, ਕਰੇ ਪਰਸਪਰ ਪਹਿਵੇ ਗਾਡੇ। ਇਸ ਕਰਕੇ ਅਸੀਂ ਜਾਗਦੇ ਰਹਿੰਦੇ ਆ, ਸੌਂਦੇ ਘੱਟ ਨਹੀਂ, ਨਾਸ ਦੇ ਬਰਾਬਰ ਸੌਂਦੇ ਆ, ਕਿਉਂਕਿ ਸਾਨੂੰ ਸਭ ਨੂੰ ਇੱਕ ਦੂਜੇ ਤੋਂ ਡਰ ਹੈ ਕਿ ਇੱਕ ਅਗਰ ਸ਼ੇਰ ਉਗਲਾਏਗਾ ਤੇ ਦੂਜਾ ਸ਼ੇਰ ਉਹਨੂੰ ਚੀਰ ਫਾੜ ਕਰਕੇ ਖਾ ਜਾਏਗਾ। ਹਾਂਜੀ। ਮਨ ਨਿਰਮਲ ਪਾਦਰਸ ਤੁਮਾਰੇ, ਸ਼ੁਭਗਤ ਕਰ ਹੋਵੇ ਗੁਰੂ ਹਮਾਰੇ। ਨਿਰਮਲ ਮਨ ਭਾਦਰਸ਼ ਤੁਮਾਰੇ, ਤੁਹਾਡੇ ਦਰਸ਼ਨਾਂ ਦਾ ਇਹ ਪੁੰਨ ਫਲ ਮਿਲਿਆ ਹੈ ਕਿ ਸ਼ੁਭ ਗਤੀ ਜਿਹੜੀ ਹੈ ਇਹ ਜੇ ਸਾਨੂੰ ਪ੍ਰਾਪਤ ਹੋ ਜਾਏ, ਜੇ ਬੋਲਣ ਦੀ ਸ਼ਕਤੀ ਦਿੱਤੀ ਹੈ, ਜੇ ਆਪਣੇ ਦਰਸ਼ਨ ਦਿੱਤੇ ਨੇ ਤੇ ਅਗਲੀ ਕਿਰਪਾ ਵੀ ਕਰੋ। ਹਾਂਜੀ। ਸੁਣਤ ਬਿਨੈ ਕਹਿ ਬਾਣੀ ਨੋਨੀ, ਤੁਮ ਕੋ ਦੇਵੈ ਮਾਨੁਖ ਜੋਨੀ। ਸਤਿਗੁਰੂ ਕਹਿਣ ਲੱਗੇ ਭਾਈ ਅਸੀਂ ਤੁਹਾਨੂੰ ਮਨੁੱਖਾ ਜੂਨੀ ਬਖਸ਼ਾਂਗੇ। ਹਾਂਜੀ। ਤਬ ਸਿੱਖੀ ਗੁਰ ਕੀ ਜੇ ਕਮਾਵੋ, ਬਿਨ ਸੰਦੇਹ ਕੇਵਲ ਤੁਮ ਪਾਵੋ। ਜੇ ਫਿਰ ਤੁਸੀਂ ਮਨੁੱਖ ਬਣ ਕੇ ਸਿੱਖ ਬਣੋਗੇ, ਸਿੱਖੀ ਕਮਾਓਗੇ ਤੇ ਫਿਰ ਤੁਹਾਨੂੰ ਮੋਕਸ਼ ਮਿਲ ਜਾਏਗੀ, ਮੁਕਤੀ ਮਿਲ ਜਾਏਗੀ। ਹਾਂਜੀ। ਸਿੰਘ ਜੂਨ ਤੁਮਰੀ ਛੁਟ ਜੈ ਹੈ, ਮਾਨੁਖ ਜੋਨੀ ਪ੍ਰਾਪਤ ਹੋਇ ਹੈ। ਇਹ ਫਿਰ ਕੀ ਹੋਏਗਾ? ਸਿੰਘ ਜੂਨੀ ਤੁਹਾਡੀ ਛੁੱਟ ਜਾਏਗੀ, ਇਹ ਸ਼ੇਰ ਵਾਲੀ ਜੂਨੀ ਤੁਹਾਡੀ ਮੁੱਕ ਜਾਏਗੀ, ਮਨੁੱਖਾ ਵਾਲੀ ਜੂਨੀ ਤੁਹਾਨੂੰ ਅੱਗੋਂ ਪ੍ਰਾਪਤ ਹੋਏਗੀ। ਹਾਂਜੀ। ਸ਼ਬਦ ਅਭਿਆਸ ਕਰੋਗੇ ਜਬ ਹੀ, ਤਨ ਹੰਤਾ ਛੁਟ ਹੋਇ ਗਤ ਤਬ ਹੀ। ਜਦੋਂ ਸਿੱਖ ਬਣੋਗੇ, ਸ਼ਬਦ ਦੀ ਕਮਾਈ ਕਰੋਗੇ
ਤੇ ਤਨ ਵਾਲੀ ਸਰੀਰ ਵਾਲੀ ਅਹੰਗਤਾ ਜਿਹੜੀ ਹੈ, ਹੰਕਾਰ ਜਿਹੜਾ ਹੈ, ਉਹ ਤੁਹਾਡਾ ਮਿਟ ਜਾਏਗਾ। ਹਾਂਜੀ। ਅਸ ਕਹਿ ਬਿਦਾ ਹੋਏ ਜਗ ਸਾਈ, ਗਮਨੇ ਨਗਰ ਹੋਤੋ ਜਿਹ ਥਾਈ। ਇਉਂ ਕਹਿ ਕੇ ਸਤਿਗੁਰੂ ਪਿਤਾ ਜੀ ਅੱਗੇ ਚਲੇ ਗਏ, ਜਿੱਥੇ ਕੋਈ ਨਗਰ ਵਸਿਆ ਹੋਇਆ ਸੀ। ਹਾਂਜੀ। ਬੈਸੇ ਵਹਿਰ ਸਮੀਪ ਸੁਪੁਰ ਕੇ, ਨਰ ਆਏ ਦਰਸ਼ਨ ਹਿਤ ਗੁਰ ਕੇ। ਉੱਥੇ ਜਦੋਂ ਸਤਿਗੁਰੂ ਜਾ ਕੇ ਬੈਠੇ ਨੇ ਨਗਰੀ ਦੇ ਬਾਹਰ, ਨਗਰ ਦੇ ਲੋਕਾਂ ਨੂੰ ਖਬਰ ਮਿਲੀ ਕਿ ਕੋਈ ਅਜਨਬੀ ਨੇ, ਕੋਈ ਬਾਹਰਲੇ ਦੇਸ਼ ਤੋਂ ਕੋਈ ਮਨੁੱਖ ਆਏ ਨੇ, ਕੋਈ ਦਰਵੇਸ਼ ਆਏ ਨੇ, ਕੋਈ ਸੰਤ ਆਏ ਨੇ, ਤੇ ਨਗਰ ਦੇ ਲੋਕਾਂ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਨੇ। ਹਾਂਜੀ। ਕਹਿਣ ਲਗੇ ਤੁਮ ਕਹਿ ਬਿਦ ਆਏ, ਕਿਨਹੂ ਸਿੰਘ ਨ ਮਾਰ ਮਗ ਮੈਂ ਖਾਏ। ਉਹ ਪਿੰਡ ਦੇ ਲੋਕ ਕਹਿੰਦੇ ਜੀ ਤੁਸੀਂ ਆਏ ਕਿਵੇਂ, ਕਿੱਥੋਂ ਆਏ ਹੋ? ਇੱਥੇ 100 ਯੋਜਨਾ ਤੱਕ ਤੇ ਕੋਈ ਜਾਨਵਰ ਨਹੀਂ ਬਚਿਆ, ਤੇ ਤੁਸੀਂ ਸ਼ੇਰਾਂ ਤੋਂ ਕਿਵੇਂ ਬਚੇ ਹੋ? ਕਿ ਉਹਨਾਂ ਭੁੱਖੇ ਖੁੰਖਾਰ ਸ਼ੇਰਾਂ ਨੇ ਤੁਹਾਨੂੰ ਮਾਰ ਕੇ ਖਾਧਾ ਨਹੀਂ? ਹਾਂਜੀ। 100 ਜੋ ਜਨ ਲੋ ਪਸ ਨਰ ਕੋ, ਛੋੜਿਓ ਕਛ ਨ ਖਾਏਂਗੇ ਸੋ। 100 ਯੋਜਨਾ ਤੱਕ ਕੋਈ ਪਸ਼ੂ ਨਹੀਂ ਬਚਿਆ, ਮਨੁੱਖ ਤਾਂ ਦੂਰ ਦੀ ਗੱਲ। ਹਾਂਜੀ। ਹਮ ਨਗਰ ਪਾਏ ਗਿਰ ਊਪਰ, ਰਹਿਤ ਸੋ ਜਗਤ ਵੈ ਤੋਪਨ ਕੋ ਧਰ। ਕਹਿਣ ਲੱਗੇ ਮਹਾਰਾਜ ਇਸੇ ਕਰਕੇ ਅਸੀਂ ਪਹਾੜੀ ਦੇ ਉੱਪਰ ਨਗਰ ਵਸਾਇਆ, ਤੇ ਉੱਥੇ ਅਸੀਂ ਆਪਣਾ ਸਮਾਂ ਪਾਸ ਕਰਦੇ ਹਾਂ। ਤੇ ਕੀ ਕਰਦੇ ਹਾਂ ਅਸੀਂ? ਹਮ ਨੇ ਨਗਰ ਪਾਏ ਗਿਰ ਉੱਪਰ, ਰਹਿਤ ਸੋ ਜਗ ਹਵੈ ਤੋਪਣ ਕੋ ਧਰ। ਅਸੀਂ ਜਾਗਦੇ ਰਹਿੰਦੇ ਹਾਂ, ਤੇ ਅਸੀਂ ਉੱਤੇ ਤੋਪਾਂ ਰੱਖੀਆਂ ਹੋਈਆਂ ਨੇ ਪਹਾੜ ਦੇ ਉੱਤੇ। ਹਾਂਜੀ। ਜਬ ਆਵੇ ਛੋੜੇ ਇੱਕ ਬਾਰੇ, ਤਿੰਨ ਕੋ ਮੋਰੇ ਗੋਲਨ ਮਾਰੇ। ਜਦੋਂ ਸ਼ੇਰ ਇੱਧਰ ਨੂੰ ਆਉਂਦੇ ਨੇ, ਅਸੀਂ ਤੋਪਾਂ ਦੇ ਗੋਲੇ ਚਲਾਉਂਦੇ ਹਾਂ, ਤੋਪਾਂ ਦੇ ਗੋਲੇ ਮਾਰ ਕੇ ਫਿਰ ਅਸੀਂ ਇਹਨਾਂ ਨੂੰ ਵਾਪਸ ਮੋੜਦੇ ਹਾਂ। ਹਾਂਜੀ। ਗੁਰੂ ਕਹੈ ਹਮ ਗੇ ਤਿਨ ਪਾਸਾ, ਸੋ ਹਿੰਸਾ ਤੇ ਭਏ ਨਿਰਾਸਾ। ਸਤਿਗੁਰੂ ਕਹਿਣ ਲੱਗੇ ਅਸੀਂ ਜਾ ਆਏ ਹਾਂ ਭਾਈ, ਮਿਲੇ ਸੀ ਸ਼ੇਰ, ਉਹਨਾਂ ਨੇ ਹਿੰਸਾ ਛੱਡ ਦਿੱਤੀ ਹੈ, ਉਹ ਹੁਣ ਸ਼ਿਕਾਰ ਨਹੀਂ ਕਰਨਗੇ, ਉਹ ਇਸ ਤਰ੍ਹਾਂ ਜਾਨਵਰਾਂ ਦਾ ਮਾਸ ਮਾਰ ਮਾਰ ਕੇ ਨਹੀਂ ਖਾਣਗੇ। ਹਾਂਜੀ। ਹਮ ਸਭ ਹੀ ਕੋ ਸਿੱਖ ਕਰ ਆਏ, ਕਿਤਕ ਕਾਲ ਮੈਂ ਸਭ ਮਰ ਜਾਏ। ਹਮ ਸਭ ਹੀ ਕੋ ਸਿੱਖ ਕਰ ਆਏ। ਸਤਿਗੁਰੂ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਬਚਨ ਕਹਿ ਦਿੱਤਾ ਹੈ ਭਾਈ, ਜੇ ਤੁਸੀਂ ਤਿਆਰ ਹੋ ਤੇ ਅਸੀਂ ਤੁਹਾਨੂੰ ਮਨੁੱਖਾ ਜੂਨੀ ਬਖਸ਼ ਸਕਦੇ ਹਾਂ, ਪਰ ਮਨੁੱਖਾ ਜੂਨੀ ਵਿੱਚ ਜਾ ਕੇ ਸਿੱਖ ਤੁਸੀਂ ਖੁਦ ਬਣਨਾ ਹੈ। ਬਾਣੀ ਸ਼ਬਦ ਦੀ ਕਮਾਈ ਤੁਸੀਂ ਖੁਦ ਕਰਨੀ ਹੈ, ਤਨ ਅਹੰਤਾ ਨੂੰ ਤਿਆਗਣਾ ਹੈ, ਤੇ ਫਿਰ ਤੁਹਾਨੂੰ ਮੁਕਤੀ ਮੋਕਸ਼ ਜਿਹੜੀ ਹੈ ਉਹ ਪ੍ਰਾਪਤ ਹੋਵੇਗੀ। ਹਾਂਜੀ। ਪੁਰ ਕੇ ਨਰ ਸੁਨ ਕਰ ਏਵ ਗਾਥਾ, ਗੁਰ ਕੇ ਚਰਨ ਧਰੇ ਨਿਜ ਮਾਥਾ। ਨਗਰੀ ਦੇ ਲੋਕਾਂ ਨੇ ਜਦੋਂ ਇਸ ਤਰ੍ਹਾਂ ਸੁਣਿਆ ਤੇ ਗੁਰੂ ਦੇ ਚਰਨਾਂ ਤੇ ਫਿਰ ਦੁਬਾਰਾ ਉੱਠ ਕੇ ਉਹਨਾਂ ਨੇ ਮੱਥਾ ਟੇਕਿਆ ਕਿ ਮਹਾਰਾਜ ਤੁਸੀਂ ਤੇ ਬੜਾ ਪਰਉਪਕਾਰ ਕੀਤਾ ਸਾਡੇ ਤੇ। ਹਾਂਜੀ। ਕਹੈ ਸੋ ਤਿਨ ਕੋ ਦੁਖ ਥੋਂ ਭਾਰੀ, ਸੋ ਰਾਵਰ ਕੀਨੋ ਨਿਰਵਾਰੀ। ਇਹ ਬੜਾ ਵੱਡਾ ਦੁੱਖ ਸੀ, ਜਿਹੜਾ ਦੁੱਖ ਤੁਸੀਂ ਸਾਡਾ ਮਿਟਾ ਦਿੱਤਾ ਹੈ, ਕਿ ਇਹਨਾਂ ਸ਼ੇਰਾਂ ਨੂੰ ਤੁਸੀਂ ਮੁਕਤੀ ਬਖਸ਼ਣ ਲੱਗੇ ਹੋ। ਹਾਂਜੀ। ਪੂਰਨ ਸੰਤ ਕਲਾ ਧਰ ਪੂਰੀ, ਕਰਿਓ ਹਮਾਰੋ ਭੈ ਬੜ ਦੂਰੀ। ਪੂਰਨ ਸੰਤ ਕਲਾ ਧਰ ਪੂਰੀ, ਤੁਸੀਂ ਪੂਰਨ ਸੰਤ ਹੋ, ਪੂਰੀ ਸ਼ਕਤੀ ਦੇ ਮਾਲਕ ਹੋ। ਕਰਿਓ ਹਮਾਰੋ ਭੈ ਬੜ ਦੂਰੀ, ਸਾਡਾ ਜੀਵਨ ਦਾ ਡਰ ਤੁਸੀਂ ਦੂਰ ਕਰ ਦਿੱਤਾ ਹੈ। ਹਾਂਜੀ। ਲੈ ਉਪਦੇਸ਼ ਸਿੱਖ ਸਭ ਹੋਏ, ਪਾਹਲ ਲਈ ਗੁਰੂ ਭਗਤ ਹੋਏ। ਇਹ ਨਗਰੀ ਦੇ ਲੋਕ ਵੀ ਫਿਰ ਸਿੱਖ ਬਣੇ, ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੋਂ ਫਿਰ ਉਹਨਾਂ ਨੇ ਚਰਨ ਪਹੁਲ ਪ੍ਰਾਪਤ ਕੀਤੀ। ਹਾਂਜੀ। ਕਿਤਕ ਕਾਲ ਤਹਿ ਕੀਨ ਬਸੇਰਾ, ਅਪਰ ਥਾਨ ਗਮਨੇ ਬਿਨ ਦੇਰਾ। ਕੁਝ ਸਮਾਂ ਸਤਿਗੁਰੂ ਫਿਰ ਇੱਥੇ ਰੁਕੇ ਨੇ,
ਫਿਰ ਜਦੋਂ ਸਤਿਗੁਰੂ ਜੀ ਇੱਥੋਂ ਅੱਗੇ ਪ੍ਰਸਥਾਨ ਕਰਦੇ ਨੇ, ਹਾਂਜੀ, ਪਹੁੰਚੈ ਹਿਰਨ ਖੰਡ ਮੈਂ ਜਾਈ, ਜਹ ਕੰਚਨ ਧਰਨੀ ਸਭ ਥਾਈ। ਹੁਣ ਸਤਿਗੁਰੂ ਪਹਿਲਾਂ ਗਏ ਸੀ ਇਲਾ ਬਰਤ, ਇਹ ਖੰਡ ਦਾ ਨਾਮ ਹੈ, ਇਹ ਪਹਿਲਾ ਖੰਡ ਸੀ 9 ਖੰਡਾਂ ਚੋਂ। ਹੁਣ ਸਤਿਗੁਰੂ ਪਹੁੰਚੇ ਨੇ ਹਿਰਨ ਖੰਡ, ਇਹ ਦੂਜੀ ਥਾਂ ਹੈ, ਹਾਂਜੀ। ਤਹ ਕੀ ਰੀਤ ਸੁਣੋ ਸਭ ਭਾਂਤੀ, ਕਰੇ ਜੋਗ ਸਾਧਨ ਦਿਨ ਰਾਤੀ। ਇੱਥੇ ਜਿਹੜੀ ਧਰਤੀ ਸੀ ਉਹ ਕੰਚਨ ਵਰਗੀ ਸੀ, ਸੋਨੇ ਵਰਗੀ ਸੀ। ਤਹ ਕੀ ਰੀਤ ਸੁਣੋ ਸਭ ਭਾਂਤੀ, ਉੱਥੋਂ ਦੇ ਲੋਕਾਂ ਦੀ ਮਰਿਆਦਾ ਕੀ ਹੈ, ਰੀਤ ਕੀ ਹੈ। ਕਰੇ ਜੋਗ ਸਾਧਨ ਦਿਨ ਰਾਤੀ, ਉਹ ਜੋਗ ਸਾਧਨਾਵਾਂ ਕਰਦੇ ਨੇ ਤੇ ਦਿਨ ਰਾਤ ਇਸੇ ਤਰ੍ਹਾਂ ਉਹਨਾਂ ਦਾ ਬਤੀਤ ਹੁੰਦਾ ਹੈ, ਬਸਰ ਹੁੰਦਾ ਹੈ, ਹਾਂਜੀ। ਰਹਿਤ ਤਰਨ ਸੋ ਮਨ ਜੋ ਸਦਾਈ, ਕਰ ਮੈਂ ਪ੍ਰਾਣ ਨ ਤਜੈ ਕਦਾਈ। ਰਹਿਤ ਤਰਨ ਸੋ ਮਨਜ ਸੁਦਾਈ, ਇਸ ਕਰਕੇ ਉਹ ਸਾਰੀ ਉਮਰ ਜਵਾਨ ਰਹਿੰਦੇ ਸੀ, ਉਹਨਾਂ ਤੇ ਬੁਢੇਪਾ ਨਹੀਂ ਸੀ ਆਉਂਦਾ। ਤੇ ਘਰ ਮੈਂ ਪ੍ਰਾਣ ਤਜੇ ਨਾ ਕਦਾਈ, ਪਰ ਜਦੋਂ ਮਰਨ ਦਾ ਵਕਤ ਆਉਂਦਾ ਸੀ ਤੇ ਉਹ ਆਪਣੇ ਘਰਾਂ ਵਿੱਚ ਮੌਤ ਨਹੀਂ ਕਰਦੇ ਸਨ। ਇੰਨੀਆਂ ਯੋਗ ਸਾਧਨਾਵਾਂ ਉਹਨਾਂ ਨੇ ਕੀਤੀਆਂ ਹੋਈਆਂ ਸੀ ਕਿ ਉਹਨਾਂ ਨੂੰ ਪਤਾ ਸੀ ਅਸੀਂ ਕਦੋਂ ਮਰਨਾ ਹੈ, ਤੇ ਜਦੋਂ ਮਰਨ ਲੱਗਦੇ ਸੀ ਉਹ ਆਪਣਾ ਘਰ ਛੱਡ ਦਿੰਦੇ ਸੀ, ਹਾਂਜੀ। ਅੰਤ ਸਮਾ ਤਿਨ ਕੋ ਜੇ ਪਹੁੰਚੇ, ਤਬ ਬੈਠੇ ਗਿਰ ਪਰ ਚੜ ਊਚੇ। ਫਿਰ ਉਹ ਕੀ ਕਰਦੇ ਸੀ, ਆਪਣੇ ਅੰਤ ਸਮੇਂ ਇੱਕ ਉੱਚੇ ਪਹਾੜ ਤੇ ਚਲੇ ਜਾਂਦੇ ਸੀ, ਪਹਾੜ ਤੇ ਜਾ ਕੇ ਉਹ ਸਮਾਧੀ ਲਾ ਕੇ ਬੈਠਦੇ ਸਨ, ਹਾਂਜੀ। ਬ੍ਰਹਰੰਦਰ ਕੋ ਫੋਰ ਨ ਡਾਰੇ, ਤਿਨ ਤੇ ਆਪਣੇ ਪ੍ਰਾਣ ਨਿਕਾਰੇ। ਫਿਰ ਉੱਥੇ ਉਹ ਆਪਣੇ 10ਵੇਂ ਦੀਵਾਰ ਨੂੰ ਫੋੜ ਕੇ ਉਹਦੇ ਰਾਹੀਂ ਉਹ ਆਪਣੇ ਸਵਾਸ ਜਿਹੜੇ ਸੀ ਉਹ ਛੱਡਦੇ ਸੀ। ਇਹ ਉਹਨਾਂ ਦੀ ਮਰਿਆਦਾ ਸੀ, ਇਹ ਉਹਨਾਂ ਦੀ ਨਿਤ ਚਿਰਿਆ ਸੀ ਕਿ ਯੋਗ ਸਾਧਨਾਵਾਂ ਕਰਦੇ ਰਹਿਣਾ। ਸਰੀਰ ਉਹਨਾਂ ਨੇ ਇਸ ਤਰ੍ਹਾਂ ਬਣਾਏ ਹੋਏ ਸੀ ਕਿ ਬੁਢਾਪਾ ਆਉਂਦਾ ਹੀ ਨਹੀਂ ਸੀ, ਪਰ ਜਦੋਂ ਮਰਨ ਲੱਗਦੇ ਸੀ ਤੇ ਉਹ 10ਵੇਂ ਦੀਵਾਰ ਦੇ ਵਿੱਚੋਂ ਆਪਣੇ ਸਵਾਸ ਛੱਡਦੇ ਸਨ। ਇੱਕ ਪਹਾੜੀ ਦੇ ਉੱਪਰ ਜਾਣਾ ਤੇ 10ਵਾਂ ਦੀਵਾਰ ਫੋੜ ਕੇ ਆਪਣੇ ਸਵਾਸ ਪੂਰੇ ਕਰ ਲੈਣੇ, ਸਰੀਰ ਤਿਆਗ ਦੇਣਾ, ਹਾਂਜੀ। ਤਿਨ ਪੁਰ ਬਿਖੈ ਜਾਏ ਗੁਰ ਬੈਸੇ, ਮਾਨੋ ਪਾਨ ਗਿਆਨ ਕੋ ਜੈਸੇ। ਇਸ ਨਗਰੀ ਵਿੱਚ ਜਾ ਕੇ ਜਦੋਂ ਸਤਿਗੁਰੂ ਬੈਠੇ ਤੇ ਕਵੀ ਜੀ ਕਹਿੰਦੇ ਇਉਂ ਮਾਨੋ ਕਿ ਉਸ ਨਗਰੀ ਦੇ ਵਿੱਚ ਗਿਆਨ ਦਾ ਇੱਕ ਸੂਰਜ ਜਿਹੜਾ ਸੀ ਉਹ ਪ੍ਰਕਾਸ਼ਮਾਨ ਹੋਇਆ। ਉਹ ਲੋਕ ਧਰਮੀ ਸਨ, ਯੋਗ ਸਾਧਨਾ ਵੀ ਕਰਦੇ ਸੀ, ਪਰ ਇੱਥੋਂ ਤੱਕ ਵੀ ਉਹਨਾਂ ਦੀ ਸਿੱਧੀ ਸੀ ਕਿ ਉਹ ਆਪਣੀ ਮਰਜ਼ੀ ਨਾਲ ਸਵਾਸ ਛੱਡਦੇ ਸੀ। ਦੇਖੋ, ਮਰਨ ਦੇ 3 ਹੀ ਤਰੀਕੇ ਨੇ, ਕੋਈ ਚੌਥਾ ਤਰੀਕਾ ਨਹੀਂ ਹੈਗਾ। ਸਵਾਸ ਜਾਂ ਤਾਂ ਮੂੰਹ ਥਾਣੀ ਪੂਰੇ ਹੁੰਦੇ ਨੇ, ਜਾਂ ਗੁਦਾ ਥਾਣੀ ਪੂਰੇ ਹੁੰਦੇ ਨੇ, ਜਾਂ ਫਿਰ ਜਿਹੜੇ ਜੋਗੀ ਲੋਕ ਨੇ ਉਹ 10ਵੇਂ ਦੀਵਾਰ ਦੇ ਰਾਹੀਂ ਆਪਣੇ ਸਵਾਸ ਪੂਰੇ ਕਰਦੇ ਨੇ, ਹਾਂਜੀ। ਬਹੁ ਨਰ ਬੈਠੇ ਆਨ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ। ਉਹ ਨਗਰੀ ਦੇ ਲੋਕ ਆ ਕੇ ਉਸ ਹਿਰਨ ਖੰਡ ਦੇ ਲੋਕ ਗੁਰੂ ਜੀ ਕੋਲ ਆ ਕੇ ਬੈਠੇ ਤਾਂ ਸਤਿਗੁਰੂ ਜੀ ਨੇ ਬਚਨ ਆਖੇ, ਹਾਂਜੀ। ਕੈਸੋ ਤੁਮ ਉਪਦੇਸ਼ ਕਮਾਵੋ, ਆਪਣੇ ਗੁਰ ਕੋ ਨਾਮ ਬਤਾਵੋ। ਸਤਿਗੁਰੂ ਕਹਿੰਦੇ ਤੁਹਾਡੇ ਗੁਰੂ ਦਾ ਨਾਂ ਕੀ ਹੈ ਭਾਈ, ਤੇ ਕਿਹੜਾ ਉਪਦੇਸ਼ ਹੈ ਜਿਹੜਾ ਤੁਸੀਂ ਆਪਣੇ ਜੀਵਨ ਵਿੱਚ ਕਮਾਉਂਦੇ ਹੋ। ਦੇਖੋ, ਆਖਿਰ ਜੀਵਨ ਦੀ ਇੱਕ ਸ਼ੈਲੀ ਹੈ, ਜੀਵਨ ਦੀ ਇੱਕ ਰਹੁ ਰੀਤ ਹੈ। ਅੱਜ ਵੀ ਤੁਸੀਂ ਕਿਸੇ ਵਿਆਹ ਸ਼ਾਦੀ ਵਿੱਚ ਵੀ ਜਾਓ ਤਾਂ ਉੱਥੇ ਖਾਣਾ ਲਿਖਿਆ ਹੁੰਦਾ ਹੈ, ਇਹ ਸਾਊਥ ਇੰਡੀਅਨ ਹੈ, ਇਹ ਚਾਈਨੀਜ਼ ਹੈ, ਇਹ ਪੰਜਾਬੀ ਹੈ। ਮਤਲਬ ਤੁਸੀਂ ਵੇਖੋ ਨਾ, ਇੱਕ ਇਲਾਕੇ ਦੇ ਲੋਕਾਂ ਦਾ ਖਾਣ ਦੀ ਡਾਈਟ ਜਿਹੜੀ ਉਹ ਵੀ ਵੱਖਰੀ ਹੈ। ਸਾਊਥ ਵਾਲੇ ਕੁਝ ਹੋਰ ਖਾਂਦੇ ਨੇ, ਪੰਜਾਬ ਵਾਲੇ ਕੁਝ ਹੋਰ ਖਾਂਦੇ ਨੇ, ਜਿਹੜੇ ਚਾਈਨੀਜ਼ ਲੋਕ ਨੇ ਉਹ ਕੁਝ ਹੋਰ ਖਾਂਦੇ ਨੇ। ਫਿਰ ਇੱਕ ਖਾਣਾ ਐਸਾ ਵੀ ਹੁੰਦਾ, ਉਹਨੂੰ ਕੌਂਟੀਨੈਂਟਲ ਕਹਿੰਦੇ ਨੇ, ਉਹ ਵੈਸੇ ਹੀ ਕੱਚਾ ਪੱਕਾ ਜਿਹਾ ਹੁੰਦਾ, ਉਬਲਿਆ ਜਿਹਾ। ਹੁਣ ਉਹ ਵੀ ਹੁੰਦਾ ਇੱਕ, ਜੋ ਖਾਣਾ ਤਾਂ ਉਹ ਖਾ ਲਓ ਭਾਈ। ਜੇ ਖਾਣੇ ਦੇ ਸਟਾਈਲ ਬੰਦਿਆਂ ਦੇ ਵੱਖਰੇ ਨੇ ਤੇ ਰਹੁ ਰੀਤ ਸਾਰੀ ਵੱਖਰੀ ਹੈ। ਕੱਪੜੇ ਪਾਉਣ ਤੋਂ ਵੇਖ ਲਓ,
ਅਗਰ ਤੁਸੀਂ ਦੁਨੀਆ ਘੁੰਮੀ ਹੋਵੇ ਤੇ ਤੁਹਾਨੂੰ ਝੱਟ ਪਤਾ ਲੱਗ ਜਾਏਗਾ ਵੀ ਇਹ ਬੰਦਾ ਕਿੱਥੋਂ ਆਇਆ। ਅਗਰ ਤੁਸੀਂ ਦੁਨੀਆ ਘੁੰਮੀ ਹੋਵੇ ਤੇ ਤੁਹਾਨੂੰ ਝੱਟ ਪਤਾ ਲੱਗ ਜਾਏਗਾ। ਜੇ ਵੇਖਣ ਤੋਂ ਨਹੀਂ ਲੱਗੇਗਾ ਤੇ ਬੋਲਣ ਤੋਂ ਲੱਗ ਜਾਏਗਾ। ਹੋਰ ਬਾਈ ਜੀ ਕੀ ਹਾਲ ਹੈ, ਉਦੋਂ ਹੀ ਪਤਾ ਲੱਗ ਜਾਂਦਾ ਬਠਿੰਡੇ ਤੋਂ ਆਇਆ ਹੋਣਾ। ਦੁਆਬੇ ਦੀ ਬੋਲੀ ਹੋਰ ਹੈ, ਮਾਝੇ ਦੀ ਹੋਰ ਹੈ। ਜੇ ਕੋਈ ਕਵੇ ਭਾਊ ਜੀ ਕੀ ਹਾਲ ਹੈ, ਸਮਝ ਲਓ ਅੰਮ੍ਰਿਤਸਰੀ ਹੈ। ਹੁਣ ਜਿਹੜੇ ਬਜ਼ੁਰਗਾਂ ਨੂੰ ਭਾਈਆ ਕਹਿ ਕੇ ਬੁਲਾਉਂਦੇ ਨੇ ਸਾਰੇ ਦੁਆਬੀਏ ਨੇ। ਹੁਣ ਸਾਡੇ ਭਾਈਆ ਜੀਜੇ ਨੂੰ ਕਹਿੰਦੇ ਅਸੀਂ, ਦੁਆਬੇ 'ਚ ਕੋਈ ਜੀਜੇ ਨੂੰ ਭਾਈਆ ਨਹੀਂ ਕਹਿੰਦਾ, ਉਹ ਬਜ਼ੁਰਗ ਨੂੰ ਬੁੱਢੇ ਨੂੰ ਕਹਿੰਦੇ ਨੇ ਉਹ ਭਾਈਆ ਅੱਗੇ ਹੋ ਜਾ। ਬੋਲੀ ਵੱਖਰੀ ਹੈ, ਪਹਿਰਾਵਾ ਵੱਖਰਾ ਹੈ, ਸਾਡੀ ਖਾਣਾ ਵੱਖਰਾ ਹੈ। ਇਸੇ ਤਰ੍ਹਾਂ ਸਾਡੀਆਂ ਮਰਿਆਦਾ ਵੀ ਵੱਖਰੀਆਂ ਵੱਖਰੀਆਂ ਨੇ। ਹਰ ਇਲਾਕੇ ਦੀਆਂ ਆਪਣੀਆਂ ਆਪਣੀਆਂ ਰੋ ਰੀਤ ਨੇ, ਰਿਵਾਜ ਨੇ, ਉੱਥੋਂ ਦੀਆਂ ਰਸਮਾਂ ਨੇ। ਹਾਂਜੀ। ਕਹੈ ਸੋ ਗੁਰ ਗੋਰਖ ਹਮ ਜਾਨੋ, ਪ੍ਰਾਣਾਯਾਮ ਉਪਦੇਸ਼ ਪਛਾਨੋ। ਹਿਰਨ ਖੰਡ ਦੇ ਲੋਕ ਕਹਿਣ ਲੱਗੇ ਜੀ ਸਾਡੇ ਗੁਰੂ ਦਾ ਨਾਂ ਗੋਰਖ ਹੈ ਤੇ ਸਾਡੀ ਮਰਿਆਦਾ ਪ੍ਰਾਣਾਯਾਮ ਹੈ। ਯੋਗ ਸਾਧਨਾ ਦੇ ਵਿੱਚ ਅਸੀਂ ਪ੍ਰਾਣਾਯਾਮ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਹਾਂਜੀ। ਸਾਧੈ ਜੋਗ ਸਦੀਵ ਪਤਦਾਪੀ, ਮਨ ਕੋ ਸ਼ਾਂਤ ਨ ਆਵ ਕਦਾਪੀ। ਕਹਿਣ ਲੱਗੇ ਜੀ ਸਾਧਨਾ ਤੇ ਬਹੁਤ ਕਰਦੇ ਆ, ਬਾਕੀ ਸਭ ਠੀਕ ਹੈ, ਪਰ ਮਨ ਦੀ ਸ਼ਾਂਤੀ ਕੋਈ ਨਹੀਂ ਹੈ। ਦੇਖੋ ਹੁਣ ਕੋਈ ਕਵੇ ਮੈਂ ਯੋਗਾ ਕਰ ਲਵਾਂ ਜੀ, ਤੁਸੀਂ ਜੋ ਮਰਜ਼ੀ ਕਰੋ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਵੀ ਵੇਖੋ ਇਹ ਠੀਕ ਹੈ, ਨੀਮ ਹਕੀਮ ਬੜਾ ਮਾੜਾ ਬੰਦਾ ਹੈ। ਵੇਖੋ ਜਾਂ ਤੇ ਬਿਲਕੁਲ ਜਿਹੜਾ ਤੁਹਾਡੇ ਘਰ ਦਾ ਓੜ ਪੋੜ ਹੈ ਨਾ, ਉਹ ਸਭ ਤੋਂ ਵਧੀਆ ਹੈ। ਜਿਵੇਂ ਮੈਂ ਕਹਤਾ ਜੀ ਮੇਰਾ ਲੱਕ ਦੁਖਦਾ ਹੈ ਤੇ ਬੇਬੇ ਕਹਿੰਦੀ ਕੋਈ ਨਹੀਂ ਪੁੱਤ, ਜਦੋਂ ਸੌਣ ਲੱਗੇਗਾ ਤੇ ਮੈਂ ਮੋਟੀ ਜੀ ਰੋਟੀ ਬਣਾ ਕੇ ਤੇਰੇ ਲੱਕ ਤੇ ਬੰਨ੍ਹ ਦੂਗੀ। ਬੜਾ ਵਧੀਆ ਫਾਰਮੂਲਾ ਹੈ। ਕੋਈ ਜ਼ਖਮ ਹੋ ਗਿਆ ਤੇ ਉਹ ਕੁਆਰ ਜੀ ਕੱਟ ਕੇ ਤੇ ਉਹ ਲਾ ਦਿੱਤੀ ਉੱਤੇ, ਪੱਟੀ ਬੰਨ੍ਹ ਦਿਓ ਸਵੇਰੇ ਠੀਕ, ਹਲਦੀ ਦੀ ਪੱਟੀ ਕਰ ਦਿਓ ਤਾਂ ਠੀਕ। ਨੀਮ ਹਕੀਮ ਮਾੜਾ ਹੈ। ਜਾਂ ਫਿਰ ਬਿਲਕੁਲ ਚੱਲ ਜਾਓ ਜਿਹੜੇ ਸਪੈਸ਼ਲਿਸਟ ਲੋਕ ਨੇ। ਮੇਰਾ ਆਪਣਾ ਜਿਹੜਾ ਛੋਟਾ ਵੱਡਾ ਬੇਟਾ ਸੀ ਮੇਰਾ, ਉਹਦਾ ਸਿਰ ਵੱਡਾ ਸੀ, ਸਾਨੂੰ ਡਰਾਤਾ ਜੀ ਕਿਸੇ ਨੇ। ਅਸੀਂ ਜਿਉਂ ਭੱਜੇ, ਮੈਂ ਪੰਜਾਬ 'ਚ ਰਹਿੰਦਾ ਸੀ, ਲੁਧਿਆਣੇ ਤੱਕ ਸਾਰੇ ਟੈਸਟ ਕਰਾਏ, ਉਦੋਂ ਪੈਸੇ ਵੀ ਨਹੀਂ ਸੀ ਹੁੰਦੇ ਕੋਲ। ਅਖੀਰ CMC ਹਸਪੀਟਲ ਵਿੱਚ ਇੱਕ ਡਾਕਟਰ ਸੀ ਚਾਵਲਾ, ਮੈਂ ਕਿਸੇ ਦੀ ਸਿਫਾਰਿਸ਼ ਲੈ ਕੇ ਉਹਦੇ ਕੋਲੇ ਗਿਆ। ਕਹਿੰਦਾ ਗਿਆਨੀ ਜੀ ਮੇਰੇ ਤੋਂ ਲਿਖਾ ਕੇ ਲੈ ਲਓ, ਤੁਹਾਡੇ ਕਾਕੇ ਨੂੰ ਕੁਝ ਨਹੀਂ ਹੋਇਆ। ਨਹੀਂ ਸ਼ਾਇਦ ਮੇਰੇ ਖਿਆਲ ਮੈਨੂੰ ਅੱਜ ਵੀ ਨਾ ਚੇਤੇ, ਚਟਾਨੀ ਕਹਿੰਦੇ ਸੀ ਚੰਡੀਗੜ੍ਹ। ਉਹਦੇ ਕੋਲੇ ਜਾਓ ਜੀ, ਉਹ ਜੀ ਆਪਰੇਸ਼ਨ ਕਰੇਗਾ ਸਿਰ ਦਾ ਜੀ। ਉਹ ਫਿਰ ਜਿਵੇਂ ਜਿਵੇਂ ਬੱਚਾ ਵੱਡਾ ਹੋਏਗਾ ਜੀ ਉਵੇਂ ਉਵੇਂ ਨਵੀਂ ਨਾੜ ਪਾਉਣੀ ਪਊਗੀ ਜੀ। ਕੱਖ ਨਹੀਂ ਹੋਇਆ। ਤਾਂ ਮੇਰਾ ਖਿਆਲ ਜੋ ਚਾਵਲਾ ਡਾਕਟਰ ਨਾ ਮਿਲਦਾ ਤੇ ਸਿਰ ਤੇ ਵੱਡਾ ਉਹਨਾਂ ਕਰ ਹੀ ਦੇਣਾ ਸੀ, ਰੋਜ਼ ਉਹਨਾਂ ਖੋਲ ਲਿਆ ਕਰਨਾ ਸੀਗਾ। ਜਿਹੜੇ ਅਣਜਾਣ ਲੋਕ ਹੁੰਦੇ ਨੇ ਉਹ ਮਾੜੇ ਹੁੰਦੇ ਨੇ ਲੋਕ। ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਜਾਂ ਤਾਂ ਤੁਸੀਂ ਬਿਲਕੁਲ ਗੁਰੂ ਘਰ ਵਿੱਚ ਆਮ ਸ਼ਰਧਾਲੂ ਬਣ ਕੇ ਆਓ ਤੇ ਕੋਈ ਗੱਲ ਨਹੀਂ, ਤੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਲੜ ਫੜ ਲਓ। ਆ ਜਿਹੜਾ ਵਿਚਕਾਰ ਲੋਕਾਂ ਕੋਲ ਤੁਸੀਂ ਤੁਰੇ ਫਿਰਦੇ ਨਾ, ਇਹਨਾਂ ਤੁਹਾਡਾ ਸਿਰ ਖੋਲ ਦੇਣਾ ਜੀ। ਨਾ ਵੀ ਨਾੜ ਵੱਧਦੀ ਘਟਦੀ ਹੋਈ ਤਾਂ ਵੀ ਇਹਨਾਂ ਵਧਾ ਘਟਾ ਦੇਣੀ ਹੈ ਜਿਹੜੇ ਧਾਗੇ ਤਵੀਤਾਂ ਵਾਲੇ ਨੇ। ਹੁਣ ਕਿੱਡੀ ਵੱਡੀ ਕਥਾ ਹੈ ਵੀ ਉਹਨਾਂ ਨੂੰ ਇੱਥੋਂ ਤੱਕ ਵੀ ਵਿਦਿਆ ਹੈ ਕਿ ਉਹ ਪਹਾੜ ਤੇ ਬਹਿ ਕੇ ਉਹ 10ਵੇਂ ਦੀਵਾਰ ਦੇ ਨੂੰ ਫੋੜ ਕੇ ਆਪਣੇ ਸਵਾਸ ਪੂਰੇ ਕਰ ਲੈਂਦੇ ਨੇ। ਪਰ ਇੱਕ ਗੱਲ ਮੰਨ ਗਏ ਗੁਰੂ ਕੋਲੇ, ਕਹਿੰਦੇ ਜੀ ਗੁਰੂ ਗੋਰਖ ਹੈ, ਜੁਗਤੀ ਪ੍ਰਾਣਾਯਾਮ ਹੈ, ਪਰ ਮਨ ਦੀ ਸ਼ਾਂਤੀ ਕੋਈ ਨਹੀਂ ਹੈ, ਮਨ ਅਸ਼ਾਂਤ ਰਹਿੰਦਾ ਹੈ। ਹਾਂਜੀ। ਆਪ ਉਪਦੇਸ਼ ਆਪ ਦੇਹੁ ਐਸਾ, ਸ਼ਾਂਤ ਹੋਏ ਮਨ ਸਭ ਕੋ ਜੈਸਾ। ਕਹਿਣ ਲੱਗੇ ਜੀ ਕੋਈ ਉਪਦੇਸ਼ ਦਿਓ ਸਾਡਾ ਮਨ ਸ਼ਾਂਤ ਹੋ ਜਾਏ। ਇਹ ਬੜੀ ਵੱਡੀ ਗੱਲ ਹੈ। ਏਡੇ ਵੱਡੇ ਗੁਰੂ ਦੇ ਸੇਵਕ ਬਣ ਗਏ, ਜੋਗੀ ਬਣ ਗਏ, 10ਵੇਂ ਦਵਾਰ ਤੱਕ ਦੀ ਉਹਨਾਂ ਨੂੰ ਪ੍ਰਾਪਤੀ ਸਿੱਧੀ ਹੋ ਗਈ, ਮਨ ਫਿਰ ਵੀ ਨਹੀਂ ਭਟਕੀ ਜਾਂਦਾ, ਮਨ ਫਿਰ ਵੀ ਸ਼ਾਂਤ ਨਹੀਂ ਹੈਗਾ। ਹੁਣ ਉਹ ਗੁਰੂ ਜੀ ਨੂੰ ਕਹਿੰਦੇ ਨੇ ਵੀ ਤੁਸੀਂ ਕੋਈ ਉਪਦੇਸ਼ ਦਿਓ, ਸਤਿਗੁਰੂ ਕਿਰਪਾ ਕਰਨ। ਇਹ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਦਿੱਲੀ ਵਿੱਚ ਇਤਿਹਾਸਕ ਅਸਥਾਨ ਨੇ ਗੁਰੂ ਸਾਹਿਬ ਦੇ,
ਇਹਨਾਂ ਅਸਥਾਨਾਂ ਦੇ ਜਿਹੜੇ ਹਜ਼ੂਰੀ ਕੀਰਤਨੀਏ ਨੇ ਉਹਨਾਂ ਦਾ ਸਹਿਯੋਗ ਲੈ ਕੇ 2 ਰੋਜ਼ਾ ਇੱਕ ਪ੍ਰੋਗਰਾਮ ਉਲੀਕੇ ਹੈ। ਉਹ ਹੈ ਬਸੰਤ ਰਾਗ ਤੇ ਆਧਾਰਿਤ ਕਿ 2 ਦਿਨ ਅੱਜ 2:40 ਤੋਂ ਸਮਾਗਮ ਸ਼ੁਰੂ ਹੋਇਆ ਹੈ, ਰਾਤ ਦੇ 11 ਵਜੇ ਤੱਕ ਚੱਲੇਗਾ। ਮੇਰੇ ਖਿਆਲ 15 ਕੁ ਮਿੰਟ ਦਾ ਭੁਲੇਖਾ ਲੱਗਾ ਹੈ। ਕਥਾ 8 ਵਜੇ ਸ਼ੁਰੂ ਹੁੰਦੀ ਸੀ, ਸ਼ਾਇਦ ਭਾਈ ਸਾਹਿਬ ਨੇ 7:45 ਸਮਾਪਤੀ ਕਰਤੀ। ਫਿਰ ਸੇਵਾਦਾਰਾਂ ਨੇ ਕਿਹਾ ਵੀ 8 ਵਜੇ ਆਓ, तो शायद 11:15 तक ये समागम अगे चलेगा। सो ये रात अज और कल सवेरे फिर 5 बजे तो लैके कल फिर रात 11 बजे तक ये निरंतर कीर्तन होना है। बसंत राग दे विच राग ही कोई है, शब्द गुरु ग्रंथ साहब दे बदलते रहणगे क्योंकि बेअंत शब्द गुरु ग्रंथ साहब दे विच बसंत राग दे विच महाराज ने वखरे वखरे गुरु साहिबाना ने वखरे वखरे रागां दे विच उच्चारण कीते ने। ਵੱਖ-ਵੱਖ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗਾਂ ਤੇ ਆਧਾਰਿਤ ਬਾਣੀ ਦਰਜ ਹੈ। ਸੋ ਆਪ ਜੀ ਸੁਣੋਗੇ ਕਿ ਤੁਹਾਨੂੰ ਮਾਣ ਵੀ ਹੋਏਗਾ, ਰਸ ਵੀ ਆਏਗਾ ਕਿ ਸਾਡੇ ਕੋਲ ਵੀ ਬੜੇ ਬੜੇ ਵਿਦਵਾਨ ਕੀਰਤਨੀਏ ਨੇ, ਪਰ ਮੈਂ ਵੇਖਿਆ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੀ ਕੌਮ ਦਾ ਬਹੁਤ ਵਿਦਵਾਨ ਗੁਰੂ ਕਾ ਕੀਰਤਨੀਆ ਭਾਈ ਗੁਰਮੀਤ ਸਿੰਘ ਸ਼ਾਤ, ਮੈਨੂੰ एक सुभाग भी है कि इन्हां दे जिहड़े भरा ने प्रोफैसर कुलदीप सिंह होरी वो मेरे उस्ताद ने। थोड़ा जिहा बेस कीर्तन मैं पढ़दा सी जदों सिक्खिया तो साडे प्रोफैसर हुंदे पढ़ाउंदे हुंदे सी। ये शात परिवार भी जिहड़ा पीढ़ी दर पीढ़ी कीर्तन करदा है। भाई गुरफतेह सिंह शात इन्हां दा भतीजा है। इन्हां दे पिता जी नूं भी मैं सुनिया होया है, खास करके वो हाँ वो एक चमकौर साहब का गीत गाते होंगे सी। असी उन्होंने जो सानू मिलन आए रोपड़ कॉलेज विच ते उचेचा असी उन्होंने कहा भी सानू पिता जी तुसी सुनाओ। सो अगला समा उन्होंने मैं नहीं चाहता मैं होर समा विच लवां क्योंकि रूटीन है कथा की, तां इस करके इनू रोकिया नहीं गया। सो भाई गुरमीत सिंह शात अगले समय वास्ते 40 मिनट वो लगातार कीर्तन आप जी नू सरवण करवाउणगे। इन्हां तो बाद भाई अमनदीप सिंह, फिर भाई जगदीप सिंह, फिर भाई सुखविंदर सिंह पटेल नगर, इन्होंने अज हाज़री भरनी है। कल भी सारा दिन इस तरह ही कीर्तन का प्रवाह चलेगा। आप जी जरूर आनंद माणो। वाहिगुरू जी का खालसा, वाहिगुरू जी की फतेह।